ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅੱਜ ਅਸ਼ਟਪਦੀ 19ਵੀਂ ਤੇ ਪਦ ਤੀਜਾ ਵਿਚਾਰਨ ਜਾ ਰਹੇ ਹਾਂ। ਇਹ ਅਕਸਰ ਬੇਨਤੀ ਕਰਦੇ ਹਾਂ ਕਿ ਕੋਈ ਵੀ ਪ੍ਰਾਣੀ ਇਸ ਧਰਤੀ ਉੱਤੇ ਇੰਨਾ ਸਿਆਣਾ ਨਹੀਂ ਹੈ, ਇੰਨਾ ਵਿਵੇਕ ਬੁੱਧ ਵਾਲਾ ਨਹੀਂ ਹੈ ਜਿਹੜਾ ਸੱਚੇ ਪਾਤਸ਼ਾਹ ਨੂੰ ਹੂ ਬਹੂ ਸਮਝ ਸਕੇ। ਜਿੰਨੀ ਉਹ ਕਿਰਪਾ ਕਰਦੇ ਹਨ, ਮਿਹਰ ਕਰਦੇ ਹਨ, ਉਹਨਾਂ ਪ੍ਰਾਣੀ ਵਿਚਾਰ ਕਰਦਾ ਹੈ, ਉਹਨਾਂ ਬੋਲ ਸਕਦਾ ਹੈ ਅਤੇ ਉਹਨਾਂ ਸੁਣ ਸਕਦਾ ਹੈ। ਸਿੱਖ ਗੁਰੂ ਦੀ ਮਿਹਰ ਉੱਤੇ ਜਿਉਂਦਾ ਹੈ, ਵੱਸਦਾ ਹੈ, ਚੱਲਦਾ ਹੈ। ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਸੁਖਮਣੀ ਸਾਹਿਬ ਦੇ ਵਿੱਚ 24,000 ਅੱਖਰਾਂ ਦੀ ਵਰਤੋਂ ਕੀਤੀ ਹੈ। 24 ਅਸ਼ਟਪਦੀਆਂ ਹਨ। ਇੱਕ ਅਸ਼ਟਪਦੀ ਦੇ 8 ਪਦ ਹਨ, ਜਾਣੀ 8 ਪਹਿਰ। ਸੱਚੇ ਪਾਤਸ਼ਾਹ ਨੇ ਹੂ ਬਹੂ ਸਮੇਂ ਦੀ ਕਿਰਿਆ ਦੇ ਨਾਲ ਆਪਣੇ ਸਿੱਖ ਨੂੰ ਜੋੜਿਆ ਹੈ ਅਤੇ ਸਮੇਂ ਦਾ ਲਾਭ ਲੈਣ ਦੇ ਲਈ, ਗੁਰੂ ਦਾ ਨਾਮ ਜਪਣ ਦੇ ਲਈ ਬਹੁਤ ਵਧੀਆ ਮਿੱਠੀ ਪਿਆਰੀ ਵਿਧੀ ਸਮਝਾਈ ਹੈ। ਸੁਖਮਣੀ ਸਾਹਿਬ ਸੁੱਖਾਂ ਦਾ ਖਜ਼ਾਨਾ, ਅੰਮ੍ਰਿਤ ਦਾ ਸਾਗਰ। 24 ਘੰਟੇ 24,000 ਸਵਾਸ, 1 ਘੰਟੇ ਦੇ ਵਿੱਚ 1,000 ਸਵਾਸ, 8 ਪਹਿਰ 8 ਪਦ, 8 ਪਹਿਰ 3 ਘੜੀਆਂ ਦਾ 1 ਪਹਿਰ। ਇੱਕ ਪਾਸੇ ਅਸਥਾਈ ਹੈ, ਚੱਲਣ ਵਾਲਾ ਹੈ, ਆਰਜੀ ਹੈ। ਦੂਸਰੇ ਪਾਸੇ ਸਦੀਵੀ ਹੈ, ਅਮਰ ਹੈ। ਚੱਲਣ ਵਾਲੇ ਨੇ ਚੱਲ ਕੇ ਅਚਲ ਦੇ ਵਿੱਚ ਮਿਲਣਾ ਹੈ, ਮਿਲ ਕੇ ਆਪਣੀ ਗਤੀ ਪ੍ਰਾਪਤ ਕਰਨੀ ਹੈ। ਆਪਣੀ ਹੋਂਦ ਨੂੰ ਛੱਡ ਕੇ ਉਹਦੀ ਹੋਂਦ ਬਣ ਜਾਣਾ ਹੈ। ਆਪਣੀ ਆਈਡੈਂਟੀਫਿਕੇਸ਼ਨ ਤਿਆਗ ਕੇ ਉਹਦਾ ਰੂਪ ਅਪਣਾਉਣਾ ਹੈ। ਪਰ ਇਸ ਵਿਧੀ ਨੂੰ ਸੰਪੂਰਨ ਕਰਨ ਦੇ ਲਈ ਚੱਲਣਹਾਰੇ ਨੂੰ ਮਸ਼ੱਕਤ ਕਰਨ ਦੀ ਲੋੜ ਹੈ। ਉਹਨੂੰ ਘਾਲਣੀ ਪੈਣੀ ਹੈ। ਸਮੇਂ ਨੂੰ ਵਡਮੁੱਲਾ ਬਣਾ ਕੇ ਬਣਾਉਣ ਵਾਲੇ ਦੀ ਉਸਤਤ ਕਰਨਾ, ਉਹਦਾ ਧੰਨਵਾਦ ਕਰਨਾ ਉਸ ਚਾਲਤ ਦੇ ਲਈ ਬਹੁਤ ਜ਼ਰੂਰੀ ਹੈ। ਸਵਾਸ ਸਵਾਸ, ਪਲ ਪਲ ਪ੍ਰਭੂ ਦਾ ਨਾਮ ਜਪਣਾ, ਸ਼ੁਕਰਾਨਾ ਕਰਨਾ, ਉਹਨੂੰ ਆਪਣੇ ਦਿਲ ਦੇ ਵਿੱਚ ਵਸਾਉਣਾ। ਇਹੀ ਵਿਧੀ ਹੈ ਜਿਹੜੀ ਧੰਨ ਧੰਨ ਗੁਰੂ ਅਰਜਨ ਦੇਵ ਜੀ ਸਾਨੂੰ ਸਮਝਾਉਂਦੇ ਹਨ। ਗ੍ਰਸਤ ਦੇ ਵਿੱਚ ਰਹਿ ਕੇ, ਸੰਸਾਰੀ ਗ੍ਰਸਤੀ ਆਪਣਾ ਕੰਮ ਧੰਦਾ ਕਰਦੇ ਹੋਏ ਪ੍ਰਭੂ ਨੂੰ ਪਾ ਸਕਦੇ ਹਨ। ਪੁਰਾਣੇ ਜ਼ਮਾਨਿਆਂ ਦੇ ਵਿੱਚ ਜਾਂ ਤੁਸੀਂ ਸੰਨਿਆਸੀ ਬਣ ਜਾਵੋ ਅਤੇ ਜਾਂ ਸੰਸਾਰੀ ਬਣ ਜਾਵੋ ਜਾਂ ਗ੍ਰਸਤੀ ਬਣ ਜਾਵੋ, 2 ਚੋਣਾਂ 'ਚੋਂ 1 ਚੋਣ ਕਰਨੀ ਪੈਂਦੀ ਸੀ। ਜਾਂ ਪ੍ਰਭੂ ਦਾ ਨਾਮ ਲੈਣਾ, ਜੰਗਲਾਂ ਦੇ ਵਿੱਚ ਚਲੇ ਜਾਵੋ, ਠੰਡਿਆਂ ਪਹਾੜਾਂ ਦੇ ਉੱਤੇ ਜਾ ਕੇ ਬੈਠ ਜਾਓ, ਆਪਣੇ ਸਰੀਰ ਦਾ ਸੁਆਗ ਬਣਾ ਕੇ ਮੰਗ ਕੇ ਖਾਓ ਅਤੇ ਪ੍ਰਭੂ ਨੂੰ ਧਿਆਓ
ਤੇ ਆਪਣੇ ਆਪ ਨੂੰ ਇੱਕ ਵੱਖਰਾ ਪ੍ਰਭੂ ਦਾ ਭਗਤ ਬਣ ਕੇ ਦਿਖਾਓ। ਇਹ ਪ੍ਰਚਲਿਤ ਰਵਾਇਤ ਸੀ ਉਹਨਾਂ ਦਿਨਾਂ ਦੇ ਵਿੱਚ। ਨਾਥ ਜੋਗੀਆਂ ਦਾ ਯੁੱਗ ਸੀ। ਧੰਨ ਧੰਨ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਨੇ ਗ੍ਰਸਤ ਭਗਤੀ ਦਾ ਮਾਰਗ ਸ਼ੁਰੂ ਕੀਤਾ, ਠਕਰਾ ਦਿੱਤਾ ਇਹ ਜਿਹੜਾ ਕੋਡ ਆਫ ਕੰਡਕਟ ਉਹਨਾਂ ਨਾਥ ਜੋਗੀਆਂ ਨੇ ਬਣਾਇਆ ਸੀ। ਉਹਦੇ ਵਿੱਚ ਬਹੁਤ ਸਾਰੀਆਂ ਗਿਰਾਵਟਾਂ ਆ ਚੁੱਕੀਆਂ ਸਨ। ਧੌਂਸ ਆ ਚੁੱਕੀ ਸੀ, ਆਕੜ ਆ ਚੁੱਕੀ ਸੀ। ਲੋਕਾਂ ਨੂੰ ਡਰਾਉਂਦੇ ਸਨ, ਧਮਕਾਉਂਦੇ ਸਨ, ਗ੍ਰਸਤੀਆਂ ਨੂੰ ਨਿੰਦਦੇ ਸਨ, ਔਰਤਾਂ ਤੋਂ ਦੂਰ ਰਹਿੰਦੇ ਸਨ, ਪਰ ਆਖਰ ਉਹਨਾਂ ਦੀ ਪੱਕੀ ਰੋਟੀ ਹੀ ਖਾਂਦੇ ਸਨ। ਗੁਰੂ ਨਾਨਕ ਸਾਹਿਬ ਨੇ ਇਹ ਸਾਰਾ ਕੁਝ ਆਪਣੀਆਂ ਅੱਖਾਂ ਦੇ ਨਾਲ ਤੱਕਿਆ। ਰੱਬ ਦੇ ਉੱਤੇ ਕਿਸੇ ਦਾ ਕਬਜ਼ਾ ਨਹੀਂ ਹੈ, ਕਿਸੇ ਵਿਸ਼ੇਸ਼ ਵਰਗ ਦਾ ਅਧਿਕਾਰ ਨਹੀਂ ਹੈ। ਰੱਬ ਹਰ ਕਿਸੇ ਦਾ ਹੈ ਤੇ ਹਰ ਕੋਈ ਉਹਦਾ ਸ਼ੁਕਰਾਨਾ ਕਰ ਸਕਦਾ ਹੈ, ਉਹਨੂੰ ਧਿਆ ਸਕਦਾ ਹੈ, ਉਹਨੂੰ ਪਾ ਸਕਦਾ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸ਼ਾਦੀ ਦੇ ਪ੍ਰਸਤਾਵ ਨੂੰ ਐਕਸੈਪਟ ਕਰ ਲਿਆ, ਜਦੋਂ ਕਿ ਸਾਰੇ ਸੋਚਦੇ ਸਨ ਕਿ ਗੁਰੂ ਨਾਨਕ ਸੰਨਿਆਸੀ ਬਣ ਗਿਆ ਹੈ, ਇਹ ਗ੍ਰਸਤੀ ਨਹੀਂ ਬਣੇਗਾ, ਕਿਉਂਕਿ ਉਹਨਾਂ ਨੇ ਇਹ ਇਨਕਲਾਬ ਲੈ ਕੇ ਆਉਣਾ ਸੀ, ਇਹ ਰੈਵੋਲਿਊਸ਼ਨ ਲੈ ਕੇ ਆਉਣਾ ਸੀ ਕਿ ਤੁਸੀਂ ਗ੍ਰਸਤੀ ਰਹਿੰਦੇ ਹੋਏ ਸੰਨਿਆਸੀ ਬਣ ਸਕਦੇ ਹੋ। ਤੁਸੀਂ ਕੰਮ ਧੰਦਾ ਕਰਦੇ ਹੋਏ, ਖੇਤਾਂ ਦੇ ਵਿੱਚ ਹਲ ਵਾਹੁੰਦੇ ਹੋਏ, ਆਪਣੀ ਫਸਲਾਂ ਨੂੰ ਪਾਣੀ ਲਾਉਂਦੇ ਹੋਏ ਆਪਣੇ ਮਨ ਨੂੰ ਪ੍ਰਭੂ ਨਾਲ ਜੋੜ ਸਕਦੇ ਹੋ। ਸੰਸਾਰੀ ਤੇ ਗ੍ਰਸਤੀ, ਇਹਨਾਂ ਦੋਨਾਂ ਨੂੰ ਹਮੇਸ਼ਾ ਹੀ ਚਲਾਕ ਪ੍ਰਭੂ ਦੇ ਨਾਂ ਦੇ ਉੱਤੇ ਠੱਗਦੇ ਰਹੇ ਹਨ, ਸ਼ੋਸ਼ਣ ਕਰਦੇ ਰਹੇ ਹਨ। ਗੁਰੂ ਨਾਨਕ ਸਾਹਿਬ ਨੇ ਆਜ਼ਾਦੀ ਲੈ ਕੇ ਦਿੱਤੀ ਕਿ ਕਿਸੇ ਦਾ ਕੋਈ ਧੌਂਸ ਵਾਲਾ ਕਬਜ਼ਾ ਨਹੀਂ ਚੱਲ ਸਕਦਾ। ਰੱਬ ਸਾਰਿਆਂ ਦਾ ਸਾਂਝਾ ਹੈ, ਵਿਆਪਕ ਹੈ, ਹਰ ਕਿਸੇ ਨੂੰ ਇੱਕੋ ਜਿੰਨਾ ਪਿਆਰ ਕਰਦਾ ਹੈ। ਕਬਜ਼ਾ ਕਾਹਦਾ? ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਸੁਖਮਣੀ ਸਾਹਿਬ ਦੇ ਵਿੱਚ 3 ਪ੍ਰਮੁੱਖ ਵਿਸ਼ੇ ਚੁਣੇ ਹਨ। ਪਹਿਲਾ ਪ੍ਰਭੂ ਦੀ ਉਸਤਤ, ਦੂਸਰਾ ਉਹਦੇ ਪਿਆਰਿਆਂ ਦਾ ਸਤਿਕਾਰ, ਤੀਸਰਾ ਨਿੰਦਕਾਂ ਨੂੰ ਕੋਸਿਆ ਗਿਆ ਹੈ, ਉਹਨਾਂ ਨੂੰ ਦੱਸਿਆ ਗਿਆ ਹੈ ਕਿ ਤੁਸੀਂ ਹਵਾ ਦੇ ਵਿੱਚ ਲਟਕਦੇ ਹੋਏ ਝੂਠੇ ਹੋ। ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਆਪਣੇ ਪਿਆਰੇ ਸਿੱਖ ਨੂੰ ਮਨ ਸਾਫ਼ ਕਰਕੇ ਪ੍ਰਭੂ ਦੇ ਪਿਆਰ ਦੀ ਭਗਤੀ ਸਿਖਾਈ ਹੈ। ਪ੍ਰਭੂ ਦੀ ਉਸਤਤ, ਪ੍ਰਭੂ ਦਾ ਵਿਰਾਟ ਰੂਪ, ਪ੍ਰਭੂ ਦਾ ਅਨੇਕ ਰੂਪ ਆਪਣੇ ਪਿਆਰੇ ਸਿੱਖ ਨੂੰ ਸਮਝਾਇਆ ਹੈ। ਦੁਨੀਆ ਇੱਕ ਮੇਲਾ ਹੈ ਜਿਹੜਾ ਮਾਇਆ ਨੇ ਚਲਾਇਆ ਹੋਇਆ ਹੈ। ਮੇਲਾ ਬੜਾ ਭਰਿਆ ਹੋਇਆ ਹੈ ਰੰਗਾਂ ਦਾ, ਤਰੰਗਾਂ ਦਾ। ਇਹਦੇ ਵਿੱਚ ਸੁਭਾਵਕ ਹੈ, ਇੰਨੀ ਭੀੜ ਹੈ ਕਿ ਹਰ ਕੋਈ ਗਵਾਚ ਸਕਦਾ ਹੈ। ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ
ਇਸ ਮੇਲੇ ਤੋਂ ਬਾਹਰ ਰਹਿ ਕੇ ਆਪਣੇ ਜੀਵਨ ਨੂੰ ਵਡਮੁੱਲਾ ਬਣਾਉਣਾ ਸਮਝਾਇਆ ਹੈ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ ਇਸ ਪਦ ਦੇ ਵਿੱਚ, ਮਨ ਪ੍ਰਬੋਧੋ ਹਰਿ ਕੈ ਨਾਏ। ਐ ਪ੍ਰਾਣੀ, ਤੂੰ ਆਪਣੇ ਮਨ ਨੂੰ ਸੁਧਾਰ ਲੈ, ਆਪਣੇ ਮਨ ਨੂੰ ਵੱਡਾ ਬਣਾ ਲੈ ਗੁਰੂ ਦੀ ਕਿਰਪਾ ਦੇ ਨਾਲ। ਆਪਣੇ ਮਨ ਨੂੰ ਸਿੱਖੀ ਮਤ ਸਮਝਾ ਦੇ। ਹਰੀ ਦਾ ਨਾਉ ਕਿੰਨਾ ਵਡਮੁੱਲਾ ਹੈ, ਇਹਨੂੰ ਪੜ੍ਹਾ ਦੇ। ਫਿਰ ਕੀ ਹੋਊਗਾ? ਦਹਿ ਦਿਸ ਧਾਵਤ ਆਵੇ ਠਾਏ। ਫਿਰ ਇਹ ਜਿਹੜਾ ਵਿਚਾਰਾ ਮਨ ਭਟਕਦਾ ਫਿਰਦਾ ਹੈ, ਚਾਰੇ ਪਾਸੇ ਦੌੜਦਾ ਹੈ, ਕਬਲਾ ਹੋਇਆ ਉਸ ਮਿਰਗ ਦੀ ਤਰ੍ਹਾਂ, ਜਿਹੜਾ ਕਸਤੂਰੀ ਲੱਭਦਾ ਜੰਗਲਾਂ ਦੇ ਵਿੱਚ, ਬੱਜਰਾਂ ਦੇ ਵਿੱਚ ਟੱਕਰਾਂ ਮਾਰਦਾ ਫਿਰਦਾ ਹੈ। ਸੱਚੇ ਪਾਤਸ਼ਾਹ ਦੇ ਨਾਂ ਦੇ ਨਾਲ ਇਹ ਭੁਲੱਕੜ ਘਰ ਆ ਜਾਵੇਗਾ, ਇਹਨੂੰ ਪੱਕਾ ਘਰ ਮਿਲ ਜਾਵੇਗਾ, ਇਹਨੂੰ ਠਾਏ ਮਿਲ ਜਾਵੇਗੀ ਜਿੱਥੇ ਇਹਨੂੰ ਆਰਾਮ ਮਹਿਸੂਸ ਹੋਵੇਗਾ। ਪ੍ਰਭੂ ਦਾ ਨਾਮ ਹੀ ਸ਼ਾਂਤੀ ਦੀ ਦਾਰੂ ਹੈ, ਠੰਡਕ ਹੈ। ਅਸ਼ਾਂਤ ਤੋਂ ਸ਼ਾਂਤ ਤੱਕ ਜਾਣ ਤੱਕ ਪ੍ਰੀਤਮ ਪਿਆਰੇ ਦਾ ਨਾਮ ਹੀ ਸਹਾਇਤਾ ਕਰਦਾ ਹੈ। ਤਾਂ ਕੋ ਵਿਘਨ ਨਾ ਲਾਗੈ ਕੋਏ, ਜਾ ਕੇ ਹਿਰਦੇ ਵਸੇ ਹਰ ਸੋਏ। ਕੋਈ ਨੁਕਸਾਨ ਨਹੀਂ ਕਰ ਸਕਦਾ, ਉਸ ਪ੍ਰਾਣੀ ਨੂੰ ਕੋਈ ਨੁਕਸਾਨ ਹੁੰਦਾ ਹੀ ਨਹੀਂ ਜਿਹਦੇ ਦਿਲ ਦੇ ਵਿੱਚ ਸੱਚਾ ਵਸਦਾ ਹੈ। ਉਹਨੂੰ ਕੋਈ ਅੜਿੱਕਾ ਨਹੀਂ ਲੱਗਦਾ, ਹਮੇਸ਼ਾ ਚੜ੍ਹਦੀ ਕਲਾ ਰਹਿੰਦੀ ਹੈ। ਜਿੱਧਰ ਵੀ ਜਾਂਦਾ ਹੈ ਪ੍ਰਭੂ ਤਾਣ ਕੇ ਉਹਦੀ ਸਹਾਇਤਾ ਕਰਦਾ ਹੈ। ਵਿਘਨ ਦਾ ਸਵਾਲ ਨਹੀਂ ਉੱਠਦਾ, ਕਿਉਂਕਿ ਅੰਦਰ ਅਕਾਲ ਵਸਦਾ ਹੈ। ਸਾਰਿਆਂ ਨੂੰ ਬਣਾਉਣ ਵਾਲਾ ਸਾਈਂ ਉਹਦੇ ਮਨ ਦੇ ਵਿੱਚ ਟਿਕਿਆ ਹੋਇਆ ਹੈ। ਕਲ ਤਾਤੀ ਠਾਢਾ ਹਰ ਨਾਉ, ਸਿਮਰ ਸਿਮਰ ਸਦਾ ਸੁਖ ਪਾਉ। ਕਾਲ ਕਾਲ ਯੁਗ ਤੱਤਾ ਹੈ, ਤ੍ਰਿਸ਼ਨਾ ਹੈ। ਹਰ ਪ੍ਰਾਣੀ ਮਨ ਦੇ ਟਿਕਾ ਵਿੱਚ ਨਹੀਂ ਹੈ। ਜੇ ਪ੍ਰਭੂ ਪ੍ਰੀਤਮ ਦਾ ਨਾਮ ਸਿਮਰਦਾ ਹੈ, ਉਹਦਾ ਗੀਤ ਸੁਣਦਾ ਹੈ, ਤਾਂ ਹਿਮਾਲਿਆ ਪਰਬਤ ਵਾਂਗੂ ਹਿਰਦਾ ਠੰਡਾ ਹੋ ਜਾਂਦਾ ਹੈ, ਸ਼ਾਂਤ ਹੋ ਜਾਂਦਾ ਹੈ ਰੱਬ ਦੇ ਨਾਮ ਨਾਲ। ਸਦਾ ਸਦਾ ਯਾਦ ਕਰਕੇ ਉਹਨੂੰ ਇਲਾਹੀ ਸੁੱਖ ਪ੍ਰਾਪਤ ਹੋ ਜਾਂਦਾ ਹੈ। ਪੀਸ ਆਲਵੇਜ਼ ਪ੍ਰਵੇਲ, ਉਹ ਸ਼ਾਂਤੀ ਮਿਲ ਜਾਂਦੀ ਹੈ ਜਿਹਨੂੰ ਦੇਵਤਾ ਲੋਕ ਲੱਭਦੇ ਫਿਰਦੇ ਹਨ। ਭਉ ਬਿਨਸੈ ਪੂਰਨ ਹੋਏ ਆਸ, ਭਗਤ ਭਾਏ ਆਤਮ ਪ੍ਰਗਾਸ਼। ਪ੍ਰਭੂ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਡਰ ਹੈ ਜਿਹੜੇ ਨੱਠ ਜਾਂਦੇ ਹਨ, ਦੌੜ ਜਾਂਦੇ ਹਨ। ਉਹਦੀ ਜਿਹੜੀ ਆਸ ਹੈ, ਮਿਸ਼ਨ ਹੈ, ਉਹ ਪੂਰਨ ਹੋ ਜਾਂਦੀ ਹੈ। ਉਹਨੂੰ ਇਹ ਪਤਾ ਚੱਲ ਜਾਂਦਾ ਹੈ ਕਿ ਮੈਂ ਧਰਤੀ ਉੱਤੇ ਕਿਉਂ ਆਇਆ ਹਾਂ, ਕੀ ਪ੍ਰਯੋਜਨ ਹੈ। ਅਕਾਲ ਦੀ ਕਿਰਪਾ ਦੇ ਨਾਲ ਭਰਮ ਨਿਕਲ ਜਾਂਦਾ ਹੈ ਅਤੇ ਅੰਦਰ ਰੌਸ਼ਨੀ ਹੋ ਜਾਂਦੀ ਹੈ। ਭਗਤੀ ਦੀ ਰੋਸ਼ਨੀ, ਸੱਚੇ ਪਾਤਸ਼ਾਹ ਦੇ ਨਾਮ ਦੀ ਰੋਸ਼ਨੀ ਪ੍ਰਾਪਤ ਹੋ ਜਾਂਦੀ ਹੈ। ਇਲਾਹੀ ਖੁਸ਼ੀ ਛਾ ਜਾਂਦੀ ਹੈ।
ਤਿਤ ਕਰ ਜਾਏ ਬਸੇ ਅਵਨਾਸੀ, ਕਹੋ ਨਾਨਕ ਕਾਟੀ ਜਮ ਫਾਸੀ। ਉਹਦੇ ਘਰ ਜਾ ਕੇ ਹਮੇਸ਼ਾ ਦੇ ਲਈ ਵਸੇਬਾ ਮਿਲ ਜਾਂਦਾ ਹੈ। ਉਹ ਘਰ ਜਿਹੜਾ ਕਦੇ ਵੀ ਬਦਲਦਾ ਨਹੀਂ, ਹਮੇਸ਼ਾ ਅਮਰ ਹੈ। ਉੱਥੇ ਜਾਣ ਵਾਲਾ ਵੀ ਅਮਰ ਹੋ ਜਾਂਦਾ ਹੈ। 84 ਲੱਖ ਜੂਨੀ 'ਚੋਂ ਨਿਕਲ ਜਾਂਦਾ ਹੈ, ਮਾਇਆ ਦੇ ਚੱਕਰ 'ਚੋਂ ਆਜ਼ਾਦ ਹੋ ਜਾਂਦਾ ਹੈ, ਅਤੇ ਉਹਦੀ ਮੌਤ ਦੀ ਜਿਹੜੀ ਫਾਹੀ ਹੈ, ਫਾਂਸੀ ਹੈ, ਉਹ ਕੱਟੀ ਜਾਂਦੀ ਹੈ। ਸਿਰਫ ਅਤੇ ਸਿਰਫ ਆਪਣੇ ਆਪ ਨੂੰ ਸਮਰਪਣ ਕਰਨ ਦੇ ਨਾਲ ਹੀ, ਆਪਣੇ ਆਪ ਨੂੰ ਛੱਡਣ ਦੇ ਨਾਲ ਹੀ। ਗੁਰੂ ਪਿਆਰਿਓ, ਇਸ ਪਦ ਨੂੰ ਆਪਾਂ ਅੰਗਰੇਜ਼ੀ ਦੇ ਵਿੱਚ ਵਿਚਾਰ ਲਈਏ ਸੱਚੇ ਪਾਤਸ਼ਾਹ ਦੀ ਮਿਹਰ ਦੇ ਨਾਲ। ਮਨ ਪ੍ਰਬੋਧੋ ਹਰਿ ਕੈ ਨਾਇ, instruct your mind with God's name, God's meditation, keeping always God in your mind. Change your mind. Your mind runs too much. Change too much. Your mind is a slave of Maya, material, and 5 elements of your body. Control them. Out of control mind only can brought to stability with God's name, with Vaheguru's bhakti. Then this ਧਾਵਤ ਆਵੇ ਠਾਏ. Mind is wandering, very high speed. There are 4 directions: north, south, east, west. But mind at a time not go to 4 directions but 10 directions. How you can control mind? It is like horse. Don't let you come close. So the best way is God's name can bring him back. Teach him, then make addicted to stability, to peace. ਤਾਂ ਕੋ ਬਿਗਨ ਨ ਲਾਗੈ ਕੋਏ, ਜਾ ਕੇ ਹਿਰਦੈ ਬਸੇ ਹਰਿ ਸੋਏ. No stop. The person who believe in God and they keep God in their mind, keep God's name in their mind, they are free to travel all over they need. They will get holiness, peaceness in their mind, because God lives in their mind. Kal tati thanda har nao, simar simar sada sukh pao. Dark is his heart and very fast, and cool is the God's name. Only way you can get to the peace, remember, always remember Lord, and obtain fear shall depart, and you will become fearless, and you will get the comfort, everlasting peace. Pao bin seh ਪੂਰਨ ਹੋਏ ਆਸ, ਭਗਤ ਭਾਏ ਆਤਮ ਪ੍ਰਗਾਸ਼. The fear shall depart, and thy hope shall be fulfilled by devotional service and divine love. Thy soul
shall be enlightened। ਤਿਤ ਘਰ ਜਾਏ ਬਸੇ ਅਵਨਾਸੀ, ਕਉ ਨਾਨਕ ਕਾਟੀ ਜਮ ਫਾਸੀ। Thou shall go and dwell in that imperishable home, and says Nanak, the death's nose shall be cut then. No more life, no more death. Always live. No need a time becomes timeless. God and you are one. They are not left two anymore. ਗੁਰੂ ਪਿਆਰਿਓ, ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਮਿਹਰ ਕੀਤੀ ਹੈ ਅਪਾਰ ਕਿ ਪ੍ਰਾਣੀ ਤੇਰਾ ਸਰੀਰ ਹਰ ਰੋਜ਼ ਕੰਮ ਕਰਦਾ ਮਿੱਟੀ ਘੱਟੇ ਦੇ ਨਾਲ ਭਰ ਜਾਂਦਾ ਹੈ। ਜੇ ਕੁਝ ਵੀ ਨਾ ਕਰੇ ਤਦ ਵੀ ਸਰੀਰ 24 ਘੰਟਿਆਂ ਦੇ ਵਿੱਚ ਗੰਦਾ ਹੋ ਜਾਂਦਾ ਹੈ, ਬੇਸੁਰਾ ਹੋ ਜਾਂਦਾ ਹੈ, ਭੈੜੀ ਵਾਸ਼ਨਾ ਹੋ ਜਾਂਦੀ ਹੈ। ਇਹਨੂੰ ਸਾਫ਼ ਤੂੰ ਪਾਣੀ ਦੇ ਨਾਲ ਕਰ ਸਕਦਾ ਹੈ, ਸਾਬਣ ਦੇ ਨਾਲ ਧੋ ਸਕਦਾ ਹੈ। ਇਹ ਬਾਹਰੀ ਕਿਰਿਆ ਹੈ, ਆਸਾਨੀ ਦੇ ਨਾਲ ਇਹਨੂੰ ਸ਼ੁੱਧ ਬਣਾਇਆ ਜਾ ਸਕਦਾ ਹੈ। ਮਨ ਤੇਰਾ ਅੰਦਰ ਹੈ, ਭੀਤਰ ਹੈ, ਬਾਹਰ ਦਾ ਸਾਬਣ ਕੰਮ ਨਹੀਂ ਕਰੇਗਾ। ਧੋਣ ਦੀ ਕੋਸ਼ਿਸ਼ ਕਰਕੇ ਵੀ ਦੇਖੇ ਤਾਂ ਮਨ ਤੱਕ ਨਹੀਂ ਪਹੁੰਚੇਗੀ। ਮਨ ਨੂੰ ਸਾਫ਼ ਕਰਨ ਦੇ ਲਈ ਤੈਨੂੰ ਕੁਝ ਹੋਰ ਵਰਤਣਾ ਪਵੇਗਾ। ਜਿਹੜਾ ਟੈਸਟ ਕੀਤਾ ਹੋਇਆ ਹੈ, ਜਿਨ੍ਹਾਂ ਨੇ ਮਨ ਨੂੰ ਸਾਫ਼ ਕੀਤਾ ਹੈ, ਧੋਇਆ ਹੈ, ਸ਼ੁੱਧ ਬਣਾਇਆ ਹੈ, ਉਹਨਾਂ ਤੋਂ ਤੈਨੂੰ ਤੌਰ ਤਰੀਕਾ ਪੁੱਛਣਾ ਪਵੇਗਾ। ਭਗਤੀ ਦਾ, ਨਾਮ ਸਿਮਰਨ ਦਾ ਜਦੋਂ ਤੈਨੂੰ ਉਹ ਦਵਾਈ ਮਿਲ ਗਈ, ਤੇਰਾ ਮਨ ਸਾਫ਼ ਹੋ ਜਾਵੇਗਾ ਗੁਰੂ ਦੀ ਭਗਤੀ ਨਾਲ, ਗੁਰੂ ਦੇ ਨਾਮ ਦੇ ਨਾਲ। ਨਹੀਂ ਤਾਂ ਤੇਰਾ ਮਨ ਸਪੋਇਲ ਹੋ ਚੁੱਕਿਆ ਹੈ, ਬਿਨਾਂ ਤੇਰੇ ਕਹੇ ਦੇ ਦੌੜਦਾ ਫਿਰਦਾ ਹੈ। ਉਸ ਸ਼ਰਾਰਤੀ ਬੱਚੇ ਦੀ ਤਰ੍ਹਾਂ ਜਿਹੜਾ ਕਹਿੰਦਾ ਕੁਝ ਹੈ ਤੇ ਘਰਦਿਆਂ ਨੂੰ ਕੁਝ ਦੱਸਦਾ ਹੈ। ਸਕੂਲ ਵਿੱਚੋਂ ਭੱਜ ਜਾਂਦਾ ਹੈ ਤੇ ਘਰ ਵਾਲਿਆਂ ਨੂੰ ਆ ਕੇ ਕਹਿ ਦਿੰਦਾ ਹੈ ਕਿ ਮੈਂ ਪੜ੍ਹਾਈ 'ਚੋਂ ਫਸਟ ਆਇਆ ਹਾਂ। ਇਸ ਤਰ੍ਹਾਂ ਤੇਰਾ ਮਨ ਸ਼ਰਾਰਤੀ ਸਪੋਇਲ ਹੋ ਗਿਆ ਹੈ। ਇਹਨੂੰ ਥਾਂ ਉੱਤੇ ਲਿਆਉਣ ਦੇ ਲਈ ਤੈਨੂੰ ਅਨੁਸ਼ਾਸਨ ਵਰਤਣਾ ਪਵੇਗਾ। ਤੈਨੂੰ ਮਨ ਨੂੰ ਡਿਸਿਪਲਿਨ ਕਰਨਾ ਪਵੇਗਾ। ਇੱਕੋ ਹੀ ਤਰੀਕਾ ਹੈ ਕਿ ਤੂੰ ਵਾਹਿਗੁਰੂ ਦਾ ਨਾਮ ਲੈ ਕੇ ਇਹਨੂੰ ਵਿਗੜੇ ਹੋਏ ਮਨ ਨੂੰ ਟਿਕਾ ਵਿੱਚ ਲੈ ਕੇ ਆ। ਜਦੋਂ ਸੱਚੇ ਪਾਤਸ਼ਾਹ ਦਾ ਨਾਂ ਲਵੇਗਾ, ਉਹ ਤੇਰੀ ਸਹਾਇਤਾ ਦੇ ਲਈ ਦੌੜ ਪਵੇਗਾ। ਮਨ ਨੂੰ ਟਿਕਾਉਣ ਦੇ ਲਈ ਤੇਰੀ ਸਹਾਇਤਾ ਹੋ ਜਾਵੇਗੀ। ਕੋਈ ਵੀ ਅੜਿੱਕਾ ਨਹੀਂ ਲੱਗੇਗਾ। ਉਹਦੇ ਲਈ ਤੈਨੂੰ ਆਪਣੇ ਆਪ ਨੂੰ ਕੁਰਬਾਨ ਕਰਨ ਦੀ ਲੋੜ ਹੈ। ਆਪਣੀ ਮੈਂ ਨੂੰ ਮਾਰਨ ਦੀ ਲੋੜ ਹੈ। ਦਸਤੂਰ ਤਰੀਕਾ ਇੱਕੋ ਇੱਕ ਹੈ ਕਿ ਆਪਣੇ ਆਪ ਨੂੰ ਖਤਮ ਕਰ ਦੇ ਤੇ ਉਹ ਤੇਰੇ ਵਿੱਚ ਆ ਕੇ ਤੈਨੂੰ ਚਲਾਵੇਗਾ। ਅਵਸ਼ ਹੀ ਤੈਨੂੰ ਉਹਦਾ ਕਹਿਣਾ ਮੰਨਣਾ ਪਵੇਗਾ। ਇੱਕ ਬਿਆਨ ਦੇ ਵਿੱਚ ਦੋ ਤਲਵਾਰਾਂ ਨਹੀਂ ਰਹਿ ਸਕਦੀਆਂ। ਜਾਂ ਤੂੰ ਰਵੇਗਾ ਜਾਂ ਪ੍ਰਭੂ ਰਵੇਗਾ। ਹੁਣ ਤੇਰਾ ਤੌਰ ਤਰੀਕਾ ਵੱਖਰਾ ਹੈ। ਤੂੰ ਪ੍ਰਭੂ ਨੂੰ
ਆਪਣੀ ਮਰਜ਼ੀ ਦੇ ਮੁਤਾਬਕ ਕਲਪਿਆ ਹੋਇਆ ਹੈ। ਦਰਅਸਲ ਤੂੰ ਪ੍ਰਭੂ ਦੀ ਤਰ੍ਹਾਂ ਹੀ ਐਕਟ ਕਰਦਾ ਹੈ। ਪ੍ਰਭੂ ਨੂੰ ਤੈਂ ਇੱਕ ਖਿਡੌਣਾ ਬਣਾ ਕੇ, ਇੱਕ ਰਿਵਾਜ ਬਣਾ ਕੇ ਆਪਣੇ ਤੋਂ ਜੁਦਾ ਕੀਤਾ ਹੋਇਆ ਹੈ। ਕੀ ਹੋਇਆ ਜੇ ਤੂੰ 5-7 ਦਿਨਾਂ ਦੇ ਬਾਅਦ ਦਿਖਾਉਣ ਦੇ ਲਈ ਪ੍ਰਭੂ ਕੋਲ ਚਲਾ ਜਾਂਦਾ ਹੈ, ਫੁੱਲ ਲੈ ਕੇ ਜਾਂਦਾ ਹੈ ਜਾਂ ਪੈਸੇ ਲੈ ਕੇ ਜਾਂਦਾ ਹੈ, ਇਹਦਾ ਕੋਈ ਫਰਕ ਨਹੀਂ। ਪਰ ਤੂੰ ਜਿਹੜਾ ਵੀ ਗਿਫਟ ਲੈ ਕੇ ਜਾਂਦਾ ਹੈ, ਪ੍ਰਭੂ ਦੇ ਚਰਨਾਂ ਦੇ ਵਿੱਚ ਰੱਖ ਕੇ ਆਪਣਾ ਭਲਾ ਮੰਗਦਾ ਹੈ। ਦਰਅਸਲ ਤੂੰ ਪ੍ਰਭੂ ਨੂੰ ਬੇਨਤੀ ਨਹੀਂ ਕਰਦਾ, ਹੁਕਮ ਸੁਣਾਉਂਦਾ ਹੈ ਕਿ ਮੈਂ ਆ ਗਿਆ, ਮੇਰਾ ਧੰਨਵਾਦ ਕਰ, 8ਵੇਂ ਨੂੰ ਫਿਰ ਆ ਜਾਵਾਂਗਾ, ਪਰ ਤੂੰ ਇੱਥੇ ਹੀ ਬਿਰਾਜਮਾਨ ਰਹੀ। ਮੇਰੇ ਕੰਮ ਦੇ ਵਿੱਚ, ਮੇਰੇ ਜੀਵਨ ਦੇ ਵਿੱਚ ਤੇਰਾ ਦਖਲ ਚੱਲ ਨਹੀਂ ਸਕਦਾ। ਪ੍ਰਭੂ ਦੇ ਉੱਤੇ ਤੂੰ ਹੁਕਮ ਚਲਾਉਂਦਾ ਹੈ, ਆ ਜਾਂਦਾ ਹੈ, ਕੰਮ ਧੰਦੇ ਦੇ ਵਿੱਚ ਲੱਗ ਜਾਂਦਾ ਹੈ। ਪ੍ਰਭੂ ਤੇਰੀ ਉਡੀਕ ਕਰਦਾ ਹੈ। ਉਹਨਾਂ ਬਿਰਧ ਮਾਂ ਪਿਓਆਂ ਦੀ ਤਰ੍ਹਾਂ ਜਿਨ੍ਹਾਂ ਨੂੰ ਬੱਚੇ ਹਸਪਤਾਲਾਂ ਦੇ ਵਿੱਚ ਛੱਡ ਆਉਂਦੇ ਹਨ ਤੇ ਮਰਜ਼ੀ ਦੇ ਨਾਲ ਫੁੱਲ ਭੇਜਦੇ ਹਨ, ਇਸੇ ਤਰ੍ਹਾਂ ਹੀ ਤੈਂ ਪ੍ਰਭੂ ਨੂੰ ਸਮਝ ਰੱਖਿਆ ਹੈ ਕਿ ਉਹਨੂੰ ਜ਼ਿਆਦਾ ਦਖਲ ਦੇਣ ਦੀ ਲੋੜ ਨਹੀਂ ਹੈ। ਉਹ ਤੇਰੇ ਕੋਲ ਚੱਲ ਕੇ ਆ ਨਹੀਂ ਸਕਦਾ, ਤੂੰ ਹੀ ਚੱਲ ਕੇ ਉਹਦੇ ਕੋਲ ਜਾ ਸਕਦਾ ਹੈ। ਇਹ ਰਿਸ਼ਤਾ ਝੂਠਾ ਹੈ, ਇਹ ਤੇਰਾ ਬਣਾਇਆ ਹੋਇਆ ਇੱਕ ਢੰਗ ਹੈ। ਪ੍ਰਭੂ ਨੂੰ ਪੂਜਾ ਕਰਨ ਦਾ ਲਾਲਚ ਭੋਲਿਆ ਦਿੰਦਾ ਹੈ। ਪ੍ਰਭੂ ਪੂਜਾ ਦਾ ਭੁੱਖਾ ਨਹੀਂ ਹੈ, ਪ੍ਰਭੂ ਪਿਆਰ ਦਾ ਭੁੱਖਾ ਹੈ, ਪ੍ਰੇਮ ਦਾ ਪਿਆਸਾ ਹੈ, ਜਿਹੜਾ ਤੂੰ ਨਹੀਂ ਦੇ ਰਿਹਾ। ਕੀ ਹੋਇਆ ਜੇ ਤੂੰ ਕੰਮ ਧੰਦਾ ਚਲਾਉਂਦਾ ਹੈ, ਸਟੋਰ ਚਲਾਉਂਦਾ ਹੈ ਜਾਂ ਪ੍ਰਾਪਰਟੀਆਂ ਨੂੰ ਦੇਖਦਾ ਹੈ, ਪਰ ਤੂੰ ਹੀ ਦੇਖਦਾ ਹੈ, ਪ੍ਰਭੂ ਵਿੱਚ ਨਹੀਂ ਹੈ। ਜਿਸ ਦਿਨ ਤੂੰ ਆਪਣੇ ਆਪ ਨੂੰ ਬਾਹਰ ਕੱਢ ਦਿੱਤਾ, ਪ੍ਰਭੂ ਨੂੰ ਅੱਗੇ ਲੈ ਆਇਆ, ਉਸ ਦਿਨ ਤੇਰਾ ਜੀਵਨ ਬਦਲ ਜਾਵੇਗਾ, ਤੇਰਾ ਡਰ ਚੱਕਿਆ ਜਾਵੇਗਾ, ਤੇਰੀ ਭੈ ਖਤਮ ਹੋ ਜਾਵੇਗੀ। ਇੱਕ ਖਾਸ ਸਮਾਂ, ਇੱਕ ਖਾਸ ਸਥਾਨ ਪ੍ਰਭੂ ਦਾ ਨਿਵਾਸ ਨਹੀਂ ਹੈ, ਹਰ ਕਿਸੇ ਦੇ ਹਿਰਦੇ ਉੱਤੇ ਵੱਸਦਾ ਹੈ। ਹਰ ਪਲ, ਹਰ ਛਿਨ ਪ੍ਰਾਣੀ ਤੇਰੇ ਨਾਲ ਹੀ ਰਹਿੰਦਾ ਹੈ। ਤੂੰ ਆਪਣੇ ਆਪ ਦਾ ਪਰਦਾ ਪਾ ਕੇ ਉਹਨੂੰ ਅੱਗੇ ਆਉਣ ਹੀ ਨਹੀਂ ਦਿੰਦਾ। ਇੱਕ ਵੇਰ ਤੂੰ ਇਹ ਪਰਦਾ ਪਰੇ ਕਰ ਦੇ ਤੇ ਆਪਣੇ ਆਪ ਨੂੰ ਮਿਟਾ ਲੈ। ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਿਹਰ ਕਰਦੇ ਹਨ ਕਿ ਪ੍ਰਾਣੀ ਤੂੰ ਇੰਨਾ ਸਿਆਣਾ ਨਹੀਂ, ਤੂੰ ਅਨਾੜੀ ਹੈ। ਜਿੱਥੋਂ ਤੈਨੂੰ ਲਾਭ ਹੋਣਾ ਹੈ ਉੱਥੇ ਤੂੰ ਜਾਂਦਾ ਨਹੀਂ। ਕਲਯੁਗੀ ਮਾਇਆ ਦੇ ਪਿੱਛੇ ਦੌੜਿਆ ਫਿਰਦਾ ਹੈ, ਜਿਹੜੀ ਤੈਨੂੰ ਸਤਾਉਂਦੀ ਹੈ, ਤੈਨੂੰ ਪੁੱਠੇ ਚੱਕਰਾਂ ਦੇ ਵਿੱਚ ਪਾਉਂਦੀ ਹੈ, ਕਲਾ ਕਲੇਸ਼ ਦੇ ਵਿੱਚ ਧੱਕਦੀ ਹੈ, ਸ਼ਾਂਤੀ ਆਉਣ ਹੀ ਨਹੀਂ ਦਿੰਦੀ, ਤੈਨੂੰ ਸਕੂਨ ਮਿਲਦਾ ਹੀ ਨਹੀਂ। ਹਫੜਾ ਦਫੜੀ ਦੇ ਵਿੱਚ ਲੱਗਿਆ ਹੋਇਆ ਹੈ। ਇੰਨੀ ਦੇਰ ਵਿੱਚ ਤੇਰੀ ਜ਼ਿੰਦਗੀ ਮੁੱਕ ਜਾਂਦੀ ਹੈ, ਫਿਰ 84 ਲੱਖ ਦੀ ਜੂਨੀ ਦੇ ਵਿੱਚ ਦੌੜਦਾ ਫਿਰਦਾ ਹੈ। ਕਿਉਂ ਨਹੀਂ ਤੂੰ
ਆਪਣੀ ਆਦਤ ਨੂੰ ਬਦਲ ਲੈਂਦਾ, ਮਾੜੇ ਪਾਸੇ ਨੂੰ ਛੱਡ ਕੇ ਚੰਗੇ ਰਾਹ ਕਿਉਂ ਨਹੀਂ ਪੈ ਜਾਂਦਾ? ਕੀ ਲੱਗਦਾ ਹੈ ਤੇਰਾ ਸਵਾਸ ਨੂੰ ਵਡਮੁੱਲਾ ਬਣਾਉਣ ਦੇ ਲਈ? ਹਰ ਸਵਾਸ ਦੇ ਨਾਲ ਵਾਹਿਗੁਰੂ 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 ਕਹਿਣ ਦੇ ਲਈ? ਸਵਾਸ ਤੇਰੇ ਕਹਿਣੇ ਉੱਤੇ ਨਹੀਂ ਆਉਂਦੇ। 24,000 ਸਵਾਸ 24 ਘੰਟੇ ਦੇ ਵਿੱਚ ਤੇਰੀ ਮਰਜ਼ੀ ਨਹੀਂ। ਪ੍ਰੀਤਮ ਪਿਆਰਾ, ਜਿਹਨੂੰ ਤੈਂ ਇੱਕ ਪਾਸੇ ਬਿਠਾਇਆ ਹੋਇਆ ਹੈ, ਰਿਵਾਜੀ ਤੌਰ 'ਤੇ ਤੂੰ ਉਹਨੂੰ ਮੰਨਦਾ ਹੈ, ਉਹ ਤੇਰੇ ਸਵਾਸਾਂ ਦਾ ਰਖਵਾਲਾ ਹੈ। ਉਹੀ ਇੱਕ ਇੱਕ ਸਵਾਸ ਦੀ ਤੇਰੇ ਉੱਤੇ ਮਿਹਰ ਕਰਦਾ ਹੈ, ਕਿਰਪਾ ਕਰਦਾ ਹੈ। ਉਹਦੇ ਦਿੱਤੇ ਹੋਏ ਸਵਾਸ ਨੂੰ ਉਹਦੇ ਨਾਮ ਦੇ ਵਿੱਚ ਰੰਗਣ ਦੇ ਲਈ ਤੈਨੂੰ ਮੁਸੀਬਤ ਕਾਹਦੀ? ਤੇਰੀ ਸਮੱਸਿਆ ਕੀ ਹੈ? ਪ੍ਰਭੂ ਸਵਾਸ ਦਿੰਦਾ ਹੈ ਤੇਰੇ ਜੀਵਨ ਦੇ ਲਈ। ਤੂੰ ਉਹਨਾਂ ਸਾਹਾਂ ਦੇ ਨਾਲ ਜਿੰਦਾ ਹੈ। ਪ੍ਰੀਤਮ ਪਿਆਰੇ ਦਾ ਸ਼ੁਕਰਾਨਾ ਕਰਨ ਦਾ ਕੀ ਹਰਜ? ਆਪਣੇ ਮਨ ਦੇ ਵਿੱਚ ਟਿਕਾ ਕੇ ਥੋੜ੍ਹੀ ਦੇਰ ਕੋਸ਼ਿਸ਼ ਕਰ, ਇਹ ਤੇਰੀ ਆਦਤ ਬਣ ਜਾਵੇਗੀ। ਤੈਨੂੰ ਕੋਈ ਉਪਰਾਲਾ ਕਰਨ ਦੀ ਲੋੜ ਨਹੀਂ। ਤੇਰੀ ਰਸਨਾ ਆਟੋ ਹਮੇਸ਼ਾ ਆਪਣੇ ਆਪ ਵਾਹਿਗੁਰੂ 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 ਕਰਨ ਦੀ ਆਦੀ ਹੋ ਜਾਵੇਗੀ। ਤੇਰੇ ਦੁੱਖ ਦਰਅਸਲ ਤੇਰੇ ਸੁੱਖ ਦੋਨੋਂ ਹੀ ਇੱਕ ਰੂਪ ਹਨ। ਤੈਨੂੰ ਦੋਨੇ ਹੀ ਸਤਾਉਂਦੇ ਹਨ, ਦੋਨੇ ਹੀ ਪਰੇਸ਼ਾਨ ਕਰਦੇ ਹਨ। ਤੇਰੀ ਸੰਤਾਨ ਤੇਰਾ ਸੁੱਖ ਹੈ, ਪਰ ਉਸੇ ਸੁੱਖ ਦੇ ਵਿੱਚ ਜਦੋਂ ਸੰਤਾਨ ਤੈਨੂੰ ਪਰੇਸ਼ਾਨ ਕਰਦੀ ਹੈ, ਉਹੀ ਸੁੱਖ ਦੁੱਖ ਦਾ ਰੂਪ ਧਾਰਨ ਕਰ ਲੈਂਦਾ ਹੈ। ਇਸੇ ਤਰ੍ਹਾਂ ਇਹ ਕਿਰਿਆ ਚੱਲਦੀ ਰਹਿੰਦੀ ਹੈ। ਹਰ ਸੁੱਖ ਤੇਰਾ ਦੁੱਖ ਬਣ ਜਾਂਦਾ ਹੈ। ਕੀ ਲਾਭ? ਸਦੀਵੀ ਸੁੱਖ ਜਿਹਦੇ ਲਈ ਤੂੰ ਇਸ ਧਰਤੀ ਉੱਤੇ ਆਇਆ ਹੈ, ਉਹ ਤੈਨੂੰ ਮਿਲਦਾ ਨਹੀਂ ਹੈ, ਕਿਉਂਕਿ ਕਲਯੁਗ ਆਇਆ, ਸਾਰੇ ਦਾ ਸਾਰਾ ਖਲਾਰਾ ਤਮਾ ਦਾ ਪਾ ਗਿਆ। ਪ੍ਰਾਣੀ ਕਲਯੁਗ ਤੱਤਾ ਹੈ, ਗੁਰੂ ਦਾ ਨਾਮ ਠੰਡਾ ਹੈ। ਸਿਮਰ 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 ਪ੍ਰੀਤਮ ਪਿਆਰੇ ਨੂੰ। ਤੇਰੀ ਆਸ, ਖੁਸ਼ੀ ਦੀ ਆਸ, ਜਿਹੜੀ ਤੂੰ ਹਰ ਰੋਜ਼ ਲੋਚਦਾ ਹੈ ਕਿ ਆਹ ਕੰਮ ਖਤਮ ਕਰ ਲਵਾਂ, ਫਿਰ ਖੁਸ਼ ਹੋ ਜਾਵਾਂਗਾ, ਮੁੱਕ ਜਾਵੇਗੀ ਚਿੰਤਾ ਹਮੇਸ਼ਾ ਦੇ ਲਈ। ਇੰਨੇ ਸਾਲਾਂ ਦਾ ਉਹ ਸਮਾਂ ਆਇਆ ਹੀ ਨਹੀਂ। ਤੂੰ ਪਹਿਲਾਂ ਵਰਗਾ ਹੀ ਰਿਹਾ। ਸਰੀਰ ਤੇਰਾ ਪੁਰਾਣਾ ਹੋ ਗਿਆ, ਪਰ ਤਮਾ ਤੇਰੀ ਹਮੇਸ਼ਾ ਹੀ ਜਵਾਨ ਰਹੀ। ਪ੍ਰੀਤਮ ਨੂੰ ਅਪਣਾਇਆ ਹੀ ਨਹੀਂ, ਆਪਣੀ ਮੈਂ ਨੂੰ ਹੀ ਵਧਾਇਆ ਹੈ। ਹੁਣ ਕੁਝ ਲੇਟ ਹੋ ਗਿਆ ਤੈਨੂੰ ਲੱਗਦਾ ਹੈ, ਪਰ ਪ੍ਰਭੂ ਦੇ ਦਰਬਾਰ ਦੇ ਵਿੱਚ ਕੋਈ ਵੀ ਕਦੇ ਲੇਟ ਨਹੀਂ ਹੈ। ਜਦੋਂ ਵੀ ਕੋਈ ਗਿਆ, ਉਹਨੇ ਗਲ ਦੇ ਨਾਲ ਲਾ ਲਿਆ, ਉਹਨੇ ਆਪਣਾ ਬਣਾ ਲਿਆ। ਵੱਡੇ ਵੱਡੇ ਅਪਰਾਧੀ, ਮਹਾਂ ਚੋਰ, ਭਿਆਨਕ ਡਾਕੂ ਉਹਨੇ ਆਪਣੇ ਦਰ ਉੱਤੇ ਬਖਸ਼ ਦਿੱਤੇ, ਕਿਉਂਕਿ ਮਿਲਦੀ ਹੀ ਬਖਸ਼ਿਸ਼ ਹੈ। ਸਜ਼ਾ ਤਾਂ ਸੁਣਾਈ ਹੀ ਨਹੀਂ ਜਾਂਦੀ। ਤੇਰਾ ਕਨਵਰਜਨ, ਤੇਰਾ ਮਾਈਂਡ ਸੈੱਟ ਚੇਂਜ ਹੀ ਵੱਡੀ ਗੱਲ ਹੈ, ਪਰ ਇਹ ਤੇਰੇ ਉੱਤੋਂ ਸ਼ੁਰੂ ਹੋਣੀ ਹੈ।
ਤਾਂ ਹੀ ਇਹਨੂੰ ਚਲਾਉਣਾ ਹੈ। ਸੱਚੇ ਪਾਤਸ਼ਾਹ ਨੇ ਤਾਂ ਕਿਰਪਾ ਹੀ ਕਰਨੀ ਹੈ, ਅਪਾਰ ਕਿਰਪਾ ਕਰਨੀ ਹੈ ਕਿ ਤੈਨੂੰ ਬਚਾ ਲਵੇ ਭਟਕਣਾ ਤੋਂ। ਤੇਰਾ ਆਰਜੀ ਜੀਵਨ, ਭਟਕਣਾ ਵਾਲਾ ਜੀਵਨ ਮੁੱਕ ਜਾਵੇ। ਤੇਰਾ ਆਉਣ ਵਾਲਾ ਘਰ, ਜਿੱਥੋਂ ਤੂੰ ਆਇਆ ਹੈ ਤੇ ਜਿੱਥੇ ਤੂੰ ਜਾਣਾ ਹੈ, ਉਹ ਟਾਈਮਲੈਸ ਹੋਮ, ਜਿੱਥੇ ਸਮਾਂ ਨਹੀਂ ਹੈ, ਤੈਨੂੰ ਘੜੀ ਵੀ ਦੇਖਣੀ ਨਹੀਂ ਪੈਣੀ, ਤੈਨੂੰ ਖਿਆਲ ਵੀ ਨਹੀਂ ਰੱਖਣਾ ਪੈਣਾ। ਉਹ ਘਰ ਤੈਨੂੰ ਡਾਢੇ ਦੀ ਕਿਰਪਾ ਨਾਲ ਹੀ ਮਿਲਣਾ ਹੈ। ਹਾਂ, ਤੂੰ ਕੋਸ਼ਿਸ਼ ਕਰਕੇ ਦੇਖ ਲੈ, ਬੇਨਤੀ ਕਰਕੇ ਦੇਖ ਲੈ। ਐਪਲੀਕੇਸ਼ਨ ਬਿਨੇ ਪੱਤਰ ਤਾਂ ਤੈਨੂੰ ਦੇਣਾ ਹੀ ਪੈਣਾ ਹੈ। ਧੰਨ ਧੰਨ ਗੁਰੂ ਅਰਜਨ ਦੇਵ ਜੀ ਮਿਹਰ ਕਰਦੇ ਹਨ ਕਿ ਜਦ ਤੂੰ ਉਸ ਕਮਿਊਨਿਟੀ ਦੇ ਵਿੱਚ, ਉਸ ਦੇਸ਼ ਦੇ ਵਿੱਚ ਚਲਾ ਗਿਆ ਜਿੱਥੇ ਤੇਰੇ ਵਰਗੇ ਭਗਤ ਰਹਿੰਦੇ ਹਨ, ਤੇਰੇ ਵਰਗੇ ਨਾਮ ਜਪਣ ਵਾਲਿਆਂ ਦਾ ਵਾਸਾ ਹੈ, ਉਸ ਸ਼ਹਿਰ ਦੇ ਵਿੱਚ ਚੁਗਲੀ ਨਿੰਦਿਆ ਨਹੀਂ ਹੁੰਦੀ, ਪਹਿਰਾ ਵੀ ਨਹੀਂ ਲੱਗਦਾ, ਪੁਲਿਸ ਵੀ ਨਹੀਂ, ਕੋਈ ਕੋਰਟ ਕਚਹਿਰੀ ਵੀ ਨਹੀਂ, ਗਵਾਹਾਂ ਦੀ ਲੋੜ ਨਹੀਂ ਪੈਂਦੀ, ਚੁਰਸਤੇ 'ਤੇ ਰੋਕਿਆ ਨਹੀਂ ਜਾਂਦਾ, ਕੋਈ ਦੁਰਘਟਨਾ ਵੀ ਨਹੀਂ ਹੁੰਦੀ। ਉਹ ਸ਼ਹਿਰ ਦਾ ਤੂੰ ਨਿਵਾਸੀ ਹੋ ਜਾਵੇਗਾ ਤੇ ਪ੍ਰਭੂ ਤੈਨੂੰ ਸਰਟੀਫਾਈ ਕਰ ਦੇਵੇਗਾ ਕਿ ਇਹ ਮੇਰੇ ਸ਼ਹਿਰ ਦਾ ਵਾਸੀ ਹੈ, ਇੱਥੇ ਦਾ ਨਾਗਰਿਕ ਹੈ। ਦਾਤੇ ਨੇ ਉਸ ਸ਼ਹਿਰ ਦੇ ਬਾਹਰ ਇੱਕ ਵੱਡਾ ਸਾਰਾ ਸਾਈਨ ਬੋਰਡ ਲਗਾਇਆ ਹੈ ਤੇਰੇ ਵਰਗਿਆਂ ਨੂੰ ਸਮਝਾਉਣ ਦੇ ਲਈ। ਬੇਗਮਪੁਰਾ ਸ਼ਹਿਰ ਕੋ ਨਾਉ, ਵੱਡਾ ਕਰਕੇ ਲਿਖਿਆ ਹੋਇਆ ਹੈ। ਜਿਹੜਾ ਗੁਰੂ ਪਿਆਰੇ ਸੱਚੇ ਪਾਤਸ਼ਾਹ ਦੇ ਪ੍ਰੇਮੀ ਭਗਤ ਜਨ ਭਗਤ ਰਵਿਦਾਸ ਨੇ ਪੜ੍ਹਿਆ, ਦੁਨੀਆ ਨੂੰ ਸੁਣਾਇਆ ਕਿ ਉਸ ਸ਼ਹਿਰ ਦੇ ਵਿੱਚ ਜਾਣਾ ਮੇਰੀ ਮੰਜ਼ਿਲ ਹੈ, ਮੇਰਾ ਮਿਸ਼ਨ ਹੈ। ਗੁਰੂ ਪਿਆਰਿਆ, ਉਸ ਸ਼ਹਿਰ ਦੇ ਵਿੱਚ ਹਰ ਭਗਤ ਨੂੰ ਸਵੀਕਾਰਿਆ ਜਾਂਦਾ ਹੈ, ਹਰ ਭਗਤ ਨੂੰ ਘਰ ਮਿਲਦਾ ਹੈ। ਬੇਗਮਪੁਰਾ ਸ਼ਹਿਰ ਕੋ ਨਾਉ, ਭਗਤਾਂ ਦਾ ਸ਼ਹਿਰ ਹੈ, ਦਰਵੇਸ਼ਾਂ ਦਾ ਸ਼ਹਿਰ ਹੈ, ਜਨਾਂ ਦਾ, ਸੇਵਕਾਂ ਦਾ, ਦਾਸਾਂ ਦਾ ਠਿਕਾਣਾ ਹੈ। ਧੰਨ ਧੰਨ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਨੇ ਉਸ ਸ਼ਹਿਰ ਨੂੰ ਅਵਿਨਾਸ਼ੀ ਸ਼ਹਿਰ ਕਰਕੇ ਸਮਝਾਇਆ ਹੈ। ਧੰਨ ਧੰਨ ਗੁਰੂ ਨਾਨਕ ਦੇਵ ਜੀ ਨੇ ਉਹਦਾ ਨਾਂ ਕਰਤਾਰਪੁਰ ਰੱਖਿਆ ਹੈ। ਨਾਂ ਦੇ ਵਿੱਚ ਕੀ ਪਿਆ ਹੈ? ਜਦ ਤ੍ਰਿਸ਼ਨਾ ਹੀ ਮੁੱਕ ਗਈ, ਭਟਕਣਾ ਹੀ ਖਤਮ ਹੋ ਗਈ, ਭਗਤ ਜਨ ਤੈਨੂੰ ਮਿਲਣਗੇ, ਕਿਸੇ ਦੀ ਗੱਲ ਨਹੀਂ ਕਰਨਗੇ, ਉਹਦੇ ਹੀ ਗੀਤ ਗਾਉਂਦੇ ਜਾਂ ਤੇਰੇ ਨਾਲ ਲੱਗ ਜਾਣਗੇ ਜਾਂ ਤੂੰ ਉਹਨਾਂ ਦੇ ਨਾਲ ਲੱਗ ਜਾਵੇਗਾ। ਗੀਤ ਇੱਕੋ ਹੀ ਚੱਲਦਾ ਹੈ ਉਸ ਸ਼ਹਿਰ ਦੇ ਵਿੱਚ। ਗੁਰੂ ਪਿਆਰਿਓ, ਅੱਜ ਇੰਨਾ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।